ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਜਪਜੀ ਸਾਹਿਬ ਪੌੜੀ ਨੰਬਰ 17 ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਨਸਾਨ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਦੀ ਰਮਜ਼ਾਂ ਨੂੰ ਹੂਬ ਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਬੋਲ ਸਕਦਾ ਹੈ, ਉਹਨਾਂ ਸੁਣ ਸਕਦਾ ਹੈ। ਗੁਰੂ ਦੀ ਮਿਹਰ ਨਾਲ ਹੀ ਪ੍ਰਾਣੀ ਕੋਈ ਵੀ ਵਿਚਾਰ ਸਮਝ ਸਕਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਗਿਆਨ, ਸਾਰੀ ਮਨੁੱਖਤਾ ਦੀ ਜੋ ਸਾਈਕਲੋਪੀਡੀਆ, ਉਹ ਸਾਰੇ ਦਾ ਸਾਰਾ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਵਰਣਨ ਕੀਤਾ ਹੋਇਆ ਹੈ। ਇੱਕ ਬ੍ਰਹਿਮੰਡ ਦੀ ਗੱਲ ਨਹੀਂ ਹੈ, ਬੇਅੰਤ ਬ੍ਰਹਿਮੰਡਾਂ ਦੀ ਸੱਚੇ ਪਾਤਸ਼ਾਹ ਵਿਚਾਰ ਸਾਨੂੰ ਸਮਝਾ ਰਹੇ ਹਨ। ਇਸ ਧਰਤੀ ਤੋਂ ਦੂਰ ਹੋਰ ਧਰਤੀਆਂ ਦਾ ਜ਼ਿਕਰ ਕਰਦੇ ਹਨ। ਇਸ ਧਰਤੀ ਉੱਤੇ ਪ੍ਰਭੂ ਨੂੰ ਆਰਾਧਨ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਭਗਤਾਂ ਨੂੰ ਨਿੰਦਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਜਿਹੜੀ ਪ੍ਰਕਿਰਿਆ ਪ੍ਰਭੂ ਨੇ ਪੇਟੀ ਦੇ ਵਿੱਚ ਬਣਾਈ ਹੈ, ਹਰ ਕੁਝ ਦੋ ਹਨ, ਜਿਵੇਂ ਮੇਲ ਫੀਮੇਲ, ਚੰਗਾ ਮਾੜਾ, ਸੱਚ ਝੂਠ। ਸਿਰਫ ਤੇ ਸਿਰਫ ਜੇ ਇੱਕ ਹੈ ਤਾਂ ਪ੍ਰਭੂ ਆਪ ਹੈ, ਨਹੀਂ ਤਾਂ ਇੱਕ ਤੇ ਦੋ। ਜਿਵੇਂ ਪ੍ਰਭੂ ਨੂੰ ਧਿਆਉਣ ਵਾਲੇ ਤੇ ਪ੍ਰਭੂ ਨੂੰ ਨਿੰਦਣ ਵਾਲੇ, ਚੰਗੇ ਕੰਮ ਕਰਨ ਵਾਲੇ, ਮਾੜੇ ਕੰਮ ਕਰਨ ਵਾਲੇ ਬੇਅੰਤ ਹਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੇ ਅਸੰਖ ਲਫ਼ਜ਼ ਦੀ ਗੱਲ ਵਰਤੋਂ ਕੀਤੀ ਹੈ, ਜਿਹਦਾ ਅਰਥ ਨਿਕਲਦਾ ਹੈ ਕਾਊਂਟਲੈਸ, ਜਿਹਨੂੰ ਗਿਣਿਆ ਨਹੀਂ ਜਾ ਸਕਦਾ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਮੇਰੇ ਪਿਆਰੇ ਸੁਆਮੀ, ਤੇਰਾ ਭਜਨ ਪਾਠ ਕਰਨ ਵਾਲੇ ਬੇਗਿਣਤ ਹਨ, ਅਣਗਿਣਤ ਹਨ, ਜਿਹੜੇ ਤੇਰੀ ਭੈ ਦੇ ਅੰਦਰ ਰਹਿ ਕੇ ਤੈਨੂੰ ਨਮਸਕਾਰ ਕਰਦੇ ਹੋਏ, ਸਿਰ ਝੁਕਾਉਂਦੇ ਹੋਏ ਤੇਰਾ ਭਜਨ ਪਾਠ ਕਰਦੇ ਹਨ। ਅਸੰਖ ਪੂਜਾ, ਅਸੰਖ ਤਪ ਤਾਉ, ਬੇਗਿਣਤ ਹਨ। ਤੇਰੀ ਉਪਾਸਨਾ ਤੇ ਤਪੱਸਿਆ ਕਰਨ ਵਾਲੇ ਵੀ ਬੇਅੰਤ ਹਨ, ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਅਸੰਖ ਗ੍ਰੰਥ ਮੁਖ ਵੇਦ ਪਾਠ, ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਇਸ ਧਰਤੀ ਉੱਤੇ ਮੌਜੂਦ ਹਨ। ਬਹੁਤ ਸਾਰੇ ਤੇਰੇ ਪਿਆਰੇ ਹੈ ਜਿਹੜੇ ਜਵਾਨੀ ਪਾਠ ਯਾਦ ਕਰ ਲੈਂਦੇ ਹਨ, ਤੇਰੀ ਆਰਾਧਨਾ ਬਿਨਾਂ ਦੇਖੇ ਬਿਨਾਂ ਪੜ੍ਹੇ ਕਰਦੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਇੱਥੇ ਵੇਦ ਦੀ ਗੱਲ ਕਰਦੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਇਸ ਧਰਤੀ ਦੇ ਉੱਤੇ ਬਹੁਤ ਪੈਗੰਬਰ ਆਏ ਹਨ। ਸਮੇਂ ਸਮੇਂ ਉੱਤੇ ਜਿੱਥੇ ਵੀ ਲੋੜ ਪਈ, ਉੱਥੇ ਅਕਾਲ ਪੁਰਖ ਨੇ ਆਪਣੇ ਪਿਆਰਿਆਂ ਨੂੰ ਸੁਧਾਰ ਕਰਨ ਦੇ ਲਈ ਭੇਜਿਆ। ਆਪਣਾ ਨਾਮ ਉਹਨਾਂ ਨੂੰ ਦੇ ਕੇ
ਲੁਕਾਈ ਦੇ ਵਿੱਚ ਵੰਡਣ ਦੇ ਲਈ ਉਹਨਾਂ ਨੂੰ ਪ੍ਰੇਰਿਆ ਅਤੇ ਉਹਨਾਂ ਪੈਗੰਬਰਾਂ ਨੇ ਬੜੀ ਬੇਖੂਬੀ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਈ। ਜਿਹੜੀ ਵੀ ਉਹ ਪੈਗੰਬਰ ਆਪਣੇ ਮੂੰਹ 'ਚੋਂ ਉਚਾਰਦੇ ਸੀ ਗੱਲਬਾਤ, ਉਹਨੂੰ ਬਾਅਦ ਦੇ ਵਿੱਚ ਉਹਨਾਂ ਦੇ ਸਾਥੀ, ਉਹਨਾਂ ਦੇ ਪੈਰੋਕਾਰ ਲਿਖਤੀ ਰੂਪ ਦੇ ਦਿੰਦੇ ਸਨ, ਜਿਹਨੂੰ ਵੇਦ ਕਿਹਾ ਜਾਂਦਾ ਸੀ। ਹਿੰਦੂ ਧਰਮ ਦੇ ਵਿੱਚ 4 ਵੇਦਾਂ ਦੀ ਮਹਾਨਤਾ ਹੈ, ਪਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਕੋਈ ਵੀ ਧਾਰਮਿਕ ਪੁਸਤਕ ਵੇਦ ਦਾ ਨਾਂ ਧਾਰਨ ਕਰ ਲੈਂਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਬੇਸ਼ੁਮਾਰ ਧਾਰਮਿਕ ਪੁਸਤਕਾਂ ਹਨ ਅਤੇ ਬੇਸ਼ੁਮਾਰ ਤੇਰੇ ਸ਼ਰਧਾਲੂ ਪਿਆਰੇ ਹਨ ਪ੍ਰੀਤਮ, ਜਿਹੜੇ ਜਵਾਨੀ ਤੇਰੀ ਕਥਾ ਵਾਰਤਾ ਨੂੰ ਯਾਦ ਕਰਕੇ ਰਸਾਈਟ ਕਰਦੇ ਹਨ, ਗੁਣਗੁਣਾਉਂਦੇ ਹਨ। ਅਸੰਖ ਜੋਗ ਮਨ ਰਹੇ ਉਦਾਸ, ਯੋਗ ਦਾ ਅਭਿਆਸ ਕਰਨਾ, ਆਪਣੇ ਆਪ ਨੂੰ ਲੋਕਾਂ ਤੋਂ ਜੁਦਾ ਕਰ ਲੈਣਾ, ਤਾਂ ਕਿ ਦੁਨੀਆ ਦੀ ਖਿੱਚ ਤੰਗ ਪਰੇਸ਼ਾਨ ਨਾ ਕਰੇ। ਤ੍ਰਿਸ਼ਨਾ ਘਟਾਉਣ ਦਾ ਇੱਕ ਤਰੀਕਾ ਐਸੋਲੇਸ਼ਨ, ਪਹਾੜਾਂ ਉੱਤੇ ਚਲੇ ਜਾਣਾ ਅਤੇ ਉੱਥੇ ਸਰੀਰ ਨੂੰ ਵੱਖਰੇ ਵੱਖਰੇ ਕਸ਼ਟ ਦੇ ਕੇ ਪ੍ਰਭੂ ਨੂੰ ਧਿਆਉਣਾ। ਇਹ ਉਹ ਲੋਕ ਹੀ ਕਰਦੇ ਸਨ ਜਿਹੜੇ ਦਿਨ ਵੇਲੇ ਪਿੰਡਾਂ ਦੇ ਵਿੱਚ ਜਾ ਕੇ ਗ੍ਰਹਸਤੀਆਂ ਤੋਂ ਪ੍ਰਸ਼ਾਦਾ ਵਗੈਰਾ ਮੰਗਦੇ ਸਨ। ਬੇਸ਼ੱਕ ਉਹਨਾਂ ਦੀ ਪਰਿਭਾਸ਼ਾ ਇਹ ਸੀ ਕਿ ਇਸਤਰੀ ਦੇ ਮੱਥੇ ਨਹੀਂ ਲੱਗਣਾ। ਜ਼ਿਆਦਾਤਰ ਖਰੈਤ ਵੀ ਉਹ, ਭੀਖਸ਼ਾ ਵੀ ਉਹ ਆਦਮੀਆਂ ਕੋਲੋਂ ਐਕਸੈਪਟ ਕਰਦੇ ਸਨ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਦਾ ਖੰਡਨ ਕੀਤਾ ਹੈ ਕਿ ਤੁਸੀਂ ਰੱਬ ਨੂੰ ਪਾਉਣ ਦੇ ਲਈ ਯਤਨ ਕਰਦੇ ਹੋ, ਪਰ ਰੱਬ ਦੀ ਬਣਾਈ ਹੋਈ ਦੁਨੀਆ ਨੂੰ ਨਫ਼ਰਤ ਕਰਦੇ ਹੋ। ਔਰਤ ਪ੍ਰਭੂ ਦੀ ਬਣਾਈ ਹੋਈ ਜਨਨੀ ਹੈ, ਪ੍ਰਭੂ ਦਾ ਦੂਸਰਾ ਰੂਪ ਹੈ। ਤੁਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ, ਪਰ ਉਹਦੇ ਬਣਾਏ ਹੋਏ ਪ੍ਰਸ਼ਾਦੇ ਖਾ ਕੇ ਸੌ ਜਾਂਦੇ ਹੋ। ਇਹ ਤੁਹਾਡਾ ਕਿਹੜਾ ਯੋਗ ਹੈ, ਕਿਹੜੀ ਤੁਹਾਡੀ ਆਰਾਧਨਾ ਹੈ, ਸਾਧਨਾ ਕਿਸ ਤਰ੍ਹਾਂ ਦੀ, ਉਦਾਸੀ ਕਾਹਦੀ। ਇਸ ਤਰ੍ਹਾਂ ਦੇ ਯੋਗੀਆਂ ਨੂੰ ਸੱਚੇ ਪਾਤਸ਼ਾਹ ਨੇ ਅਸੰਖਾਂ ਦੀ ਗਿਣਤੀ ਦੇ ਵਿੱਚ ਵਰਣਨ ਕੀਤਾ ਹੈ, ਜਿਹੜੇ ਉਦਾਸੀ ਦੇ ਵਿੱਚ ਰਹਿ ਕੇ ਪਹਾੜੀਆਂ 'ਤੇ ਜਾ ਕੇ ਭੁੱਖੇ ਭਾਣੇ ਹੋ ਕੇ ਵਰਤ ਰੱਖ ਕੇ ਪ੍ਰਭੂ ਨੂੰ ਧਿਆਉਂਦੇ ਸਨ ਅਤੇ ਆਪਣੀਆਂ ਗੱਲਾਂ ਮਨਾਉਣ ਦੀ ਕੋਸ਼ਿਸ਼ ਕਰਦੇ ਸਨ, ਆਪਣੀਆਂ ਮੰਗਾਂ। ਜਿਵੇਂ ਇੱਕ ਬੱਚਾ ਸਪੋਇਲ ਹੋ ਜਾਵੇ, ਮਾਂ ਪਿਓ ਦੇ ਲਾਡ ਪਿਆਰ ਦੇ ਵਿਗਾੜ ਦਿੱਤਾ ਹੋਵੇ, ਉਹ ਹਰ ਗੱਲ ਰੋ ਕੇ ਹੀ ਕਰੇ ਜਾਂ ਡਰਾਵਾ ਦਿੰਦਾ ਰਹੇ ਕਿ ਮੈਂ ਇਹ ਕਰ ਲੂੰਗਾ, ਮੈਂ ਆਪਣੇ ਆਪ ਨੂੰ ਦੁਖੀ ਕਰ ਦਊਂਗਾ, ਤਾਂ ਕਿ ਮਾਂ ਪਿਓ ਡਰ ਜਾਣ ਅਤੇ ਉਹਦੀਆਂ ਸ਼ਰਤਾਂ ਮੰਨ ਲੈਣ। ਇਸੇ ਤਰ੍ਹਾਂ ਦੇ ਯੋਗੀ ਲੋਕ ਪ੍ਰਭੂ ਨੂੰ ਆਪਣੇ ਸਰੀਰ ਨੂੰ ਤੰਗ ਕਰਕੇ ਇੱਕ ਤਰ੍ਹਾਂ ਆਪਣੀਆਂ ਸ਼ਰਤਾਂ ਬਣਾਉਣੀਆਂ ਚਾਹੁੰਦੇ ਸਨ,
ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਪਖੰਡ ਉਜਾਗਰ ਕਰ ਦਿੱਤਾ ਕਿ ਤੁਸੀਂ ਉਹਦੇ ਬਣਾਏ ਹੋਏ ਹੋ, ਸਰੀਰ ਉਹਦੀ ਬਖਸ਼ਿਸ਼ ਹੈ ਤੁਹਾਡਾ, ਇਹਨੂੰ ਤੰਗ ਪਰੇਸ਼ਾਨ ਕਰਨਾ ਕਿੱਥੋਂ ਦੀ ਸਿਆਣਪ ਹੈ ਜਿਹਦੇ ਨਾਲ ਤੁਸੀਂ ਦੁਨੀਆ ਨੂੰ ਦੇਖਦੇ ਹੋ, ਵਿਚਰਦੇ ਹੋ। ਇਹ ਗੱਲ ਸੱਚੇ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਵਿੱਚ ਵੀ ਸਮਝਾਈ ਹੈ। ਇੱਥੇ ਸੱਚੇ ਪਾਤਸ਼ਾਹ ਇੰਨਾ ਹੀ ਸਾਨੂੰ ਦੱਸ ਰਹੇ ਨੇ ਕਿ ਬੇਸ਼ੁਮਾਰ ਇੱਦਾਂ ਦੇ ਲੋਕ ਹਨ ਜਿਹੜੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਮੌਨ ਵਰਤ ਰੱਖਦੇ ਹਨ, ਆਮ ਵਰਤ ਰੱਖਦੇ ਹਨ, ਪ੍ਰਭੂ ਤੋਂ ਜ਼ਬਰਦਸਤੀ ਸਰੀਰ ਨੂੰ ਦੁਖੀ ਕਰਕੇ ਆਪਣੀਆਂ ਕਰਮ ਕਾਂਡਾਂ ਦੀਆਂ ਸ਼ਰਤਾਂ ਬਣਾਉਣੀਆਂ ਚਾਹੁੰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਬਹੁਤ ਸਾਰੇ ਭਗਤ ਹਨ, ਭੋਲੇ ਭਗਤ, ਜਿਹੜੇ ਸਿਰਫ ਤੇ ਸਿਰਫ ਪ੍ਰਭੂ ਨੂੰ ਹੀ ਲੋਚਦੇ ਹਨ, ਪ੍ਰਭੂ ਦੀਆਂ ਵਡਿਆਈਆਂ ਬਾਰੇ ਹੀ ਸੋਚਦੇ ਹਨ, ਸੱਚੀ ਮੁੱਚੀ ਦੀਵਾਨੇ ਹਨ ਪ੍ਰਭੂ ਦੇ, ਉਹਦੇ ਨਾਮ ਦੇ ਰੰਗੇ ਹੋਏ ਮਤਵਾਲੇ ਹਨ। ਉਹਨਾਂ ਅੱਗੇ ਸਿਰ ਝੁਕਦਾ ਹੈ, ਉਹਨਾਂ ਦਾ ਰੁਤਬਾ ਪ੍ਰਭੂ ਨੇ ਬਹੁਤ ਵੱਡਾ ਦਿੱਤਾ ਹੋਇਆ ਹੈ, ਆਪਣੇ ਬਰਾਬਰ ਦਾ ਹੀ ਪ੍ਰਭੂ ਨੇ ਉਹਨਾਂ ਨੂੰ ਆਪਣਾ ਰੂਪ ਹੀ ਦੇ ਦਿੱਤਾ। ਇਸ ਤਰ੍ਹਾਂ ਦੇ ਬੇਸ਼ੁਮਾਰ ਅਣਗਿਣਤ ਭਗਤ ਹਨ ਜਿਹੜੇ ਉਹਦੀਆਂ ਵਡਿਆਈਆਂ ਨੂੰ ਸਿਰ ਝੁਕਾਉਂਦੇ ਹਨ। ਅਸੰਖ ਸਤੀ ਅਸੰਖ ਦਤਾਰ, ਬਹੁਤ ਸਾਰੇ ਪਵਿੱਤਰ ਪੁਰਸ਼ ਹਨ, ਦਾਤਾਰ, ਦਾਤਾ ਦੇਣ ਵਾਲੇ, ਪੁੰਨ ਦਾਨ ਕਰਨ ਵਾਲੇ। ਇੱਥੇ ਸਤੀ ਦਾ ਅਰਥ ਹੈ ਜਿਹੜਾ ਪਵਿੱਤਰ ਨਿਕਲਦਾ ਹੈ। ਬੇਸ਼ੱਕ ਸਤੀ ਦੀ ਜਿਹੜੀ ਭੈੜੀ ਮਰਿਆਦਾ ਹਿੰਦੁਸਤਾਨ ਦੇ ਵਿੱਚ ਸਦੀਆਂ ਤੱਕ ਰਹੀ ਹੈ, ਉਹਦਾ ਸੱਚੇ ਪਾਤਸ਼ਾਹ ਨੇ ਵਿਰੋਧ ਕੀਤਾ ਹੈ ਕਿ ਤੁਸੀਂ ਜ਼ਬਰਦਸਤੀ ਕਿਸੇ ਦਾ ਜੀਵਨ ਖੋਹ ਨਹੀਂ ਸਕਦੇ। ਮਰਨਾ ਤੇ ਜੰਮਣਾ ਪ੍ਰਭੂ ਦੀ ਇੱਕ ਵਿਧੀ ਹੈ। ਤੁਸੀਂ ਸਤੀ ਦੇ ਬਹਾਨੇ ਮਰਡਰ, ਕਤਲ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਉੱਤੋਂ ਪਰਦਾ ਚੁੱਕ ਦਿੱਤਾ ਕਿ ਮੋਕਸ਼ ਪ੍ਰਾਪਤ ਕਰਦੀਆਂ ਨੇ ਉਹ ਦੇਵੀਆਂ ਜਿਨ੍ਹਾਂ ਨੂੰ ਜ਼ਬਰਦਸਤੀ ਅੱਗ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਸਤੀ ਨਹੀਂ ਹਨ, ਉਹ ਪਵਿੱਤਰ ਨਹੀਂ ਹਨ, ਉਹ ਤੁਹਾਡੀ ਕਰੂਅਲਟੀ ਦਾ, ਤੁਹਾਡੇ ਜ਼ੁਲਮ ਦਾ, ਤੁਹਾਡੇ ਅਤਿਆਚਾਰ ਦਾ ਸ਼ਿਕਾਰ ਹਨ। ਅਸੰਖ ਸੂਰ ਮੂੰਹ ਭੁੱਖਸਾਰ, ਅਸੰਖ ਸੂਰ ਮੂੰਹ ਭਖਸਾਰ। ਪਰਮਾਤਮਾ ਤੇਰੇ ਬਣਾਏ ਹੋਏ ਅਣਗਿਣਤ ਯੋਧੇ ਮਹਾਬਲੀ ਹਨ, ਜਿਹੜੇ ਇੰਨੇ ਬਹਾਦਰ ਹਨ, ਇੰਨੇ ਸੂਰਬੀਰ ਹਨ। ਜਿਵੇਂ ਹਿੰਦੂ ਇਤਿਹਾਸਕ ਕਹਾਣੀ ਹੈ ਕਿ ਭੀਮ ਜਿਹੜਾ ਪਾਂਡਵ ਪੁੱਤਰ ਸੀ, ਬਹੁਤ ਹੀ ਬਲਵਾਨ ਸੀ, ਸ਼ਕਤੀਮਾਨ ਸੀ, ਹਾਥੀ ਨੂੰ ਆਪਣੀ ਇੱਕ ਬਾਂਹ ਦੇ ਨਾਲ ਚੁੱਕ ਦਿੰਦਾ ਸੀ। ਬੇਸ਼ੱਕ ਇਤਿਹਾਸ ਕਹਾਣੀਆਂ ਬਣ ਕੇ ਰਹਿ ਗਿਆ, ਪਰ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਇਹ ਪ੍ਰਚਲਿਤ ਮੁਹਾਵਰਾ ਹੈ ਕਿ ਭੀਮ ਨੇ
ਜਿਹੜੇ ਹਾਥੀ ਆਕਾਸ਼ਾਂ ਦੇ ਵਿੱਚ ਸੁੱਟੇ ਸੀ ਉਹ ਅੱਜ ਵੀ ਉੱਤੇ ਉੜਦੇ ਫਿਰਦੇ ਹਨ, ਪਰਿਕਰਮਾ ਕਰਦੇ ਹਨ ਧਰਤੀ ਦੀ। ਇਹ ਇੱਕ ਅਲੰਕਾਰ ਹੈ ਕਿਸੇ ਦੀ ਬਹਾਦਰੀ ਨੂੰ ਦਰਸਾਉਣ ਦਾ। ਜਿਵੇਂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਹਨ, ਮੂੰਹ ਭਖ ਸਾਰ, ਜਿਹੜੇ ਮੂੰਹ ਦੇ ਉੱਤੇ ਲੋਹੇ ਦੀਆਂ ਸੱਟਾਂ ਸਹਾਰ ਸਕਦੇ ਹਨ, ਜਿਹੜੇ ਆਪਣੇ ਮੂੰਹ ਦੇ ਨਾਲ ਲੋਹੇ ਦੀਆਂ ਰਾਡਾਂ ਨੂੰ ਮਰੋੜ ਸਕਦੇ ਹਨ, ਸਿੱਧੀਆਂ ਕਰ ਸਕਦੇ ਹਨ, ਉਹ ਯੋਧੇ, ਉਹ ਮਹਾਬਲੀ ਪ੍ਰੀਤਮ ਪਿਆਰੇ ਇਸ ਦੁਨੀਆ 'ਚ ਬੇਅੰਤ ਹਨ। ਅਸੰਖ ਮੋਨ ਲਿਵ ਲਾਏ ਤਾਰ, ਮੋਨ ਵਰਤ ਰੱਖਣਾ ਇੱਕ ਦਸਤੂਰ ਬਣਾ ਲਿਆ ਸੀ ਦੁਨੀਆ ਨੂੰ ਠੱਗੀ ਮਾਰਨ ਦਾ, ਲੋਕਾਂ ਉੱਤੇ ਪ੍ਰਭਾਵ ਪਾਉਣ ਦਾ, ਕਿ ਇਹ ਤਾਂ ਬੋਲਦਾ ਹੀ ਨਹੀਂ, ਇਹਨੇ 4 ਸਾਲ ਦਾ ਮੌਨ ਵਰਤ ਰੱਖ ਲਿਆ। ਜੋ ਕੁਝ ਵੀ ਇਹਨੇ ਕਹਿਣਾ ਹੁੰਦਾ ਕਾਗਜ਼ ਉੱਤੇ ਲਿਖ ਦਿੰਦਾ ਹੈ ਤੇ ਦੂਸਰਾ ਪੜ੍ਹ ਕੇ ਸਮਝ ਲੈਂਦਾ ਹੈ। ਇਹਦੀ ਤਾਂ ਲਿਵ 24 ਘੰਟੇ ਪਲ ਪਲ ਛਿਨ ਛਿਨ ਅਕਾਲ ਪੁਰਖ ਦੇ ਨਾਲ ਲੱਗੀ ਹੋਈ ਹੈ। ਜਦੋਂ ਇਹ ਹੱਥ ਦੇ ਨਾਲ ਲਿਖਦਾ ਹੈ ਦੂਜਾ ਸਮਝ ਜਾਂਦਾ ਹੈ, ਉਦੋਂ ਵੀ ਇਹਦਾ ਪ੍ਰਭੂ ਨਾਲ ਕਨੈਕਸ਼ਨ ਨਹੀਂ ਟੁੱਟਦਾ। ਇਸ ਤਰ੍ਹਾਂ ਦੇ ਪਖੰਡ ਲੋਕਾਂ ਨੇ ਬਹੁਤ ਕੀਤੇ ਹਨ ਤੇ ਅੱਜ ਵੀ ਕਰਦੇ ਹਨ। ਚੁੱਪ ਰਹਿਣਾ, ਮੌਨ ਵਰਤ ਰੱਖਣਾ, ਪਰ ਉਸ ਜੀਭ ਦੇ ਨਾਲ ਚੁੱਪ ਚਪੀਤੇ ਖਾ ਲੈਣਾ। ਗੁਰੂ ਪਿਆਰਿਓ, ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਤੁਸੀਂ ਬੋਲਦੇ ਵੀ ਨਹੀਂ, ਲਫ਼ਜ਼ ਹੈ ਜਿਹੜੇ ਤੁਹਾਡੇ ਜ਼ੁਬਾਨ ਦੇ ਵਿੱਚ ਕ੍ਰੀਏਟ ਹੁੰਦੇ ਰਹਿੰਦੇ ਹਨ, ਸਿਰਫ ਤੇ ਸਿਰਫ ਉਹਦਾ ਸਾਇਲੈਂਸ ਮੋਡ ਹੋ ਜਾਂਦਾ ਹੈ, ਕ੍ਰੀਏਸ਼ਨ ਆਫ ਵੋਕੈਬਲਰੀ ਜਾਰੀ ਰਹਿੰਦੀ ਹੈ। ਇਸ ਕਰਕੇ ਕਾਹਦਾ ਵਰਤ ਤੇ ਕਾਹਦੀ ਚੁੱਪ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਸ ਤਰ੍ਹਾਂ ਦੇ ਜਿਹੜੇ ਮੋਨੀ ਹਨ, ਚੁੱਪ ਚਪੀਤੇ ਰਿਸ਼ੀ ਹਨ, ਉਹ ਬੇਸ਼ੁਮਾਰ ਹਨ, ਜਿਹੜੇ ਇਹ ਕਹਿੰਦੇ ਹਨ ਕਿ ਸਾਡੀ ਬਿਰਤੀ ਟਿਕਦੀ ਹੈ। ਲਿਵ ਲਾਏ ਤਾਰ, ਉਹਨਾਂ ਦੀ ਤਾਰ ਹੈ ਜਿਹੜੀ ਪ੍ਰਭੂ ਦੇ ਨਾਲ ਜੁੜ ਜਾਂਦੀ ਹੈ। ਕੁਦਰਤ ਕਵਣ ਕਹਾਂ ਵਿਚਾਰ, ਮੈਂ ਸੱਚੇ ਪਾਤਸ਼ਾਹ ਤੇਰੇ ਇਲਮ ਨੂੰ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਅਲਫਾਜ਼ ਨਹੀਂ ਹਨ, ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਤੇਰੀ ਬਣਾਈ ਹੋਈ ਸ੍ਰਿਸ਼ਟੀ ਦੀ ਸਿਫਤ ਕਿਸ ਤਰ੍ਹਾਂ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ, ਮੇਰੇ ਪ੍ਰੀਤਮ ਪਿਆਰੇ, ਮੇਰੇ ਇੱਕ ਓਂਕਾਰ, ਮੇਰੇ ਸਤਨਾਮ। ਮੈਂ ਤਾਂ ਚਾਹੁੰਦਾ ਇਹ ਸਰੀਰ ਹਜ਼ਾਰਾਂ ਬੇਰ ਕੁਰਬਾਨ ਕਰੀ ਜਾਵਾਂ, ਪਰ ਮੇਰੇ ਕੋਲ ਤਾਂ ਇੰਨੀ ਵੀ ਸ਼ਕਤੀ ਨਹੀਂ ਕਿ ਮੈਂ ਇੱਕ ਵਾਰ ਕੁਰਬਾਨ ਹੋ ਸਕਾਂ। ਤੇਰੀ ਮਿਹਰ ਦੇ ਨਾਲ ਹੀ ਮੈਂ ਕੁਰਬਾਨ ਹੋ ਸਕਦਾ ਹਾਂ, ਸਮਰਪਣ ਹੋ ਸਕਦਾ ਹਾਂ। ਮੈਂ ਕਿਸ ਤਰ੍ਹਾਂ ਤੇਰੀ ਕੁਦਰਤ ਦਾ ਬਿਆਨ ਕਰ ਸਕਦਾ ਹਾਂ, ਮੈਂ ਕਿਸ ਤਰ੍ਹਾਂ ਸ਼ਲਾਘਾ ਕਰ ਸਕਦਾ ਹਾਂ। ਪਾਤਸ਼ਾਹ, ਜੋ ਤੁਧ ਭਾਵੈ ਸਾਈ ਭਲੀ ਕਾਰ। ਸੱਚੇ ਪਾਤਸ਼ਾਹ
ਜੋ ਤੂੰ ਕੁਝ ਕਰਦਾ ਹੈ ਮੈਂ ਸਿਰ ਝੁਕਾਉਂਦਾ ਹਾਂ। ਤੂੰ ਹਮੇਸ਼ਾ ਚੰਗਾ ਹੀ ਕਰਦਾ ਹੈ। ਮੈਂ ਬੇਸਮਝ ਸਮਝਦਾ ਹੀ ਨਹੀਂ ਕਿ ਤੂੰ ਜੋ ਵੀ ਕੁਝ ਕਰਦਾ ਹੈ ਭਲਾ ਹੀ ਕਰਦਾ ਹੈ। ਤੇਰਾ ਕੰਮ ਕਾਜ ਭਲਾ ਹੈ, ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਪ੍ਰੀਤਮ ਪਿਆਰੇ ਵਾਹਿਗੁਰੂ, ਤੂੰ ਹਮੇਸ਼ਾ ਹੀ ਸੀ ਨਵਾਂ ਤੇ ਨਰੋਆ, ਤੇ ਤੂੰ ਸਰੂਪ ਰਹਿਤ ਨਿਰਆਕਾਰ ਇੱਕ ਪੁਰਖ ਹੈ, ਬਾਕੀ ਸਗਲੀ ਨਾਰ। ਬਾਕੀ ਸਾਰੀਆਂ ਹੀ ਔਰਤਾਂ ਹਨ, ਤੂੰ ਇੱਕ ਪੁਰਖ ਹੈ। ਸੱਚੇ ਪਾਤਸ਼ਾਹ ਤੇ ਤੂੰ ਨਵਾਂ ਨਰੋਆ ਹਮੇਸ਼ਾ ਸਲਾਮਤ ਹੈ। ਮੈਂ ਤੇਰੇ ਉੱਤੋਂ ਕੁਰਬਾਨ ਹੋ ਹੀ ਜਾਵਾਂ, ਪਰ ਤੇਰੀ ਕਿਰਪਾ ਤੋਂ ਬਿਨਾਂ ਮੈਂ ਨਹੀਂ ਹੋ ਸਕਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਮਰਪਣ ਦੇ ਵਿੱਚੋਂ ਪ੍ਰੀਤਮ ਪਿਆਰੇ ਨੂੰ ਪਾਇਆ ਹੈ, ਅਰ ਗਾ ਕੇ ਪਾਇਆ ਹੈ। ਸਾਰੀ ਦੀ ਸਾਰੀ ਗੁਰਬਾਣੀ ਗਾਈ ਜਾ ਸਕਦੀ ਹੈ। ਇਹ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਦੋਂ ਬੁਲੰਦ ਕੀਤੀ, ਉਸ ਵੇਲੇ ਇਹ ਇਨਕਲਾਬੀ ਸੋਚ ਲੈ ਕੇ ਆਂਦੀ, ਜਦੋਂ ਹੱਥ ਕੱਟ ਦਿੱਤੇ ਜਾਂਦੇ ਸਨ ਤਾਰਾਂ ਦੇ ਸਾਜ਼ ਬਣਾਉਣ ਵਾਲਿਆਂ ਦੇ। ਜਦੋਂ ਉਹਨਾਂ ਦੇ ਹੱਥ ਵੱਢ ਦਿੱਤੇ ਜਾਂਦੇ ਸੀ ਸਾਜ਼ ਵਜਾਉਣ ਵਾਲਿਆਂ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦੋਂ ਇਹ ਕਿਹਾ, ਅਨਹਤਾ ਸ਼ਬਦ ਬਜੰਤ ਭੇਰੀ। ਪ੍ਰਭੂ ਤਾਂ ਆਪ ਬੀਨ ਵਜਾ ਰਿਹਾ ਹੈ, ਆਪ ਹੀ ਇਲਾਹੀ ਬਾਣੀ ਦੀ ਧੁਨ ਨੂੰ ਸੁਣ ਰਿਹਾ ਹੈ। 24 ਘੰਟੇ ਕ੍ਰੀਏਟ ਕਰਦਾ ਹੈ ਮਿਊਜ਼ਿਕ, ਝਰਨਿਆਂ ਦੇ ਵਿੱਚ, ਝੀਲਾਂ ਦੇ ਵਿੱਚ, ਪੰਛੀ ਚਿੜੀਆਂ ਦੀ ਚੜਾਹਟ ਦੇ ਵਿੱਚ। ਤੁਸੀਂ ਸਾਜ਼ਾਂ ਨੂੰ, ਮਨ ਦੇ ਸਾਜ਼ਾਂ ਨੂੰ ਕਿਵੇਂ ਰੋਕ ਸਕਦੇ ਹੋ? ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ, ਆਪਣੇ ਸਾਥੀ ਨੂੰ ਹਮੇਸ਼ਾ ਹੀ ਇਸ਼ਾਰਾ ਕੀਤਾ ਕਿ ਮਰਦਾਨਿਆਂ ਹੁਣ ਵਜਾ ਦੇ, ਪ੍ਰਭੂ ਦੀ ਬਾਣੀ ਆਈ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦਾ ਸ਼ੋਸ਼ਣ ਹੈ ਜਿਹੜਾ, ਉਹਨੂੰ ਰੋਕਿਆ। ਛੋਟੀ ਉਮਰ ਦੇ ਵਿੱਚ ਪਾਧੇ ਦੇ ਸਕੂਲ ਦੇ ਵਿੱਚ ਜਦੋਂ ਪਿਤਾ ਜੀ ਨੇ ਦਾਖਲਾ ਦਵਾ ਦਿੱਤਾ ਤਾਂ ਛੋਟੇ ਬਾਲ ਨਾਨਕ ਨੇ ਪਾਧੇ ਨੂੰ ਪੁੱਛਿਆ, ਬਈ ਤੁਸੀਂ ਜਿਹੜੀ ਵਿੱਦਿਆ ਜਾਣਦੇ ਹੋ, ਤੁਸੀਂ ਜਿਹੜੀ ਵਿੱਦਿਆ ਪੜ੍ਹਾਉਂਦੇ ਹੋ, ਕੀ ਮੈਨੂੰ ਉਹਦੇ ਨਾਲ ਨਿਰੰਕਾਰ ਮਿਲ ਸਕੇਗਾ? ਪਾਧਾ ਗੂੰਗਾ ਹੋ ਗਿਆ। ਗੁਰੂ ਪਿਆਰਿਓ, ਸਨਾਟਾ ਛਾ ਗਿਆ। ਕਿਸ ਤਰ੍ਹਾਂ ਇੱਕ ਛੋਟਾ ਬੱਚਾ 5-6 ਸਾਲ ਦੀ ਆਜੂ ਦੇ ਵਿੱਚ ਏਡਾ ਵੱਡਾ ਸਵਾਲ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਸ਼ਬਦ ਸੁਣ ਕੇ ਪਾਧਾ ਪਿਤਾ ਜੀ ਦੇ ਕੋਲ ਚਲੇ ਗਿਆ ਕਿ ਤੁਹਾਡਾ ਬਾਲ ਤਾਂ ਦੁਨੀਆ ਨੂੰ ਪੜ੍ਹਾਉਣ ਵਾਲਾ ਮਹਾਨ ਅਧਿਆਪਕ ਹੈ, ਮੇਰੇ ਕੋਲ ਇੰਨੀ ਵਿੱਦਿਆ ਨਹੀਂ ਹੈ ਕਿ ਮੈਂ ਨਾਨਕ ਨੂੰ ਪੜ੍ਹਾ ਸਕਾਂ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਖੰਡਨ ਕੀਤਾ ਚੁੱਪ ਰਹਿਣ ਦਾ, ਸਰੀਰ ਨੂੰ ਕਸ਼ਟ ਦੇਣ ਦਾ।
ਕਰਮ ਕਾਂਡ ਦਾ, ਕਰਾਮਾਤ ਦਾ ਉਹਨਾਂ ਨੇ ਵਿਚਾਰ ਉੱਤੇ ਜ਼ੋਰ ਦਿੱਤਾ ਕਿ ਹਰ ਗੱਲ ਨੂੰ ਸੋਚੋ, ਸਮਝੋ, ਵਿਚਾਰ ਕਰੋ। ਬਿਨਾਂ ਵਿਚਾਰ ਕੀਤੇ ਪੂਜਾ ਦਾ ਕੋਈ ਲਾਭ ਨਹੀਂ ਹੈ। ਆਪਣੇ ਆਪ ਨੂੰ ਮਾਰਨਾ ਹੀ ਅਸਲੀ ਪੂਜਾ ਹੈ। ਸਤੀ ਉਹ ਔਰਤਾਂ ਨਹੀਂ ਹਨ ਜਿਹੜੀਆਂ ਅਤਿਆਚਾਰ ਦਾ ਸ਼ਿਕਾਰ ਹੋ ਕੇ ਸਾੜੀਆਂ ਜਾਂਦੀਆਂ ਹਨ। ਨਿਰੰਕਾਰ ਨੇ ਪ੍ਰੇਮ ਭਾਵਨਾ ਬਲਿਹਾਰੇ ਜਾਣ ਦਾ ਤਰੀਕਾ ਸਮਝਾਇਆ ਹੈ ਕਿ ਪ੍ਰੀਤਮ ਪਿਆਰੇ, ਤੂੰ ਹਮੇਸ਼ਾ ਉਸ ਤਰ੍ਹਾਂ ਦਾ ਹੀ ਹੈ। ਤੂੰ ਕਦੇ ਜਨਮ ਨਹੀਂ ਲਿਆ, ਤੂੰ ਕਦੇ ਮਰਨਾ ਵੀ ਨਹੀਂ। ਮੈਨੂੰ ਇੰਨਾ ਸੋਹਣਾ ਪਤੀ ਪਰਮੇਸ਼ਰ ਕਿੱਥੇ ਮਿਲੇਗਾ? ਜੀਵ ਆਤਮਾ ਨੂੰ ਵਿਆਹੁਤਾ ਬਣਾ ਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਸ ਪੁਰਖ ਦੀ ਗੱਲ ਕੀਤੀ ਹੈ ਜਿਹੜਾ ਸਿਰਫ ਤੇ ਸਿਰਫ ਇੱਕ ਹੈ, ਤੇ ਉਹ ਹਮੇਸ਼ਾ ਹੀ ਸਲਾਮਤ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪੌੜੀ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਅਸੰਖ ਜਪ ਸੰਖ ਭਾਉ, countless are thine meditations, and countless are the love, those who meditate on thee with love, they are countless. ਅਸੰਖ ਪੂਜਾ ਅਸੰਖ ਤਪ ਤਾਉ, countless are thine worshippers and worships, and countless they who practice panic. ਅਸੰਖ ਗ੍ਰੰਥ ਮੁਖ ਵੇਦ ਪਾਠ, countless are the scriptures and extempore reciters of Vedas. ਅਸੰਖ ਜੋਗ ਮਨ ਰਹੇ ਉਦਾਸ, countless are the yogis in mind who remain detached from the world, the people who leave and go to jungles and to the forests. ਅਸੰਖ ਭਗਤ ਗੁਣ ਗਿਆਨ ਵਿਚਾਰ, countless are the votaries who reflect over the Lord's excellency and theology. ਅਸੰਖ ਸਤੀ ਅਸੰਖ ਦਾਤਾਰ, countless are the men of piety and countless the men of bounty. ਅਸੰਖ ਸੂਰ ਮੂੰਹ ਪੱਖ ਸਾਰ, countless are the warriors who eat with their mouth steel bars and bear blows of metal on their face. ਅਸੰਖ ਮੋਨ ਲਿਵ ਲਾਏ ਤਾਰ, countless are the silent sages who center their love and attention on the Lord. ਕੁਦਰਤ ਕਵਣ ਕਹਾ ਵਿਚਾਰ, what power I have to describe thine decrees. ਵਾਰਿਆ ਨਾ ਜਾਵਾਂ ਇੱਕ ਵਾਰ, I cannot even once be a sacrifice unto thee. ਜੋ ਤੁਧ ਭਾਵੇ ਸਾਈ ਭਲੀ ਕਾਰ, whatever pleases thee, that is a good pursuit. ਤੂੰ ਸਦਾ ਸਲਾਮਤ ਨਿਰੰਕਾਰ, thou art ever safe and sound,
ओ फॉर्मलैस लॉर्ड। गुरु प्यारिओ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਡਿਸਕ੍ਰਿਪਸ਼ਨ ਕੀਤੀ ਹੈ ਕਿ ਉਹਦੀ ਭਗਤੀ ਕਰਨ ਵਾਲੇ ਬਹੁਤ ਹਨ, ਭਗਤੀ ਦੇ ਤਰੀਕੇ ਬਹੁਤ ਹਨ, ਗਿਣੇ ਵੀ ਨਹੀਂ ਜਾ ਸਕਦੇ। ਹਰ ਕੋਈ ਆਪਣੇ ਆਪਣੇ ਵਿਚਾਰ ਦੇ ਨਾਲ ਤੇਰੀ ਭਗਤੀ ਕਰਦਾ ਹੈ। ਹਰ ਕਿਸੇ ਦੇ ਇਸ਼ਟ ਦੇ ਮੁਤਾਬਕ ਰਿਚੁਅਲਸ ਹਨ। ਕੋਈ ਤਪ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਬੜੇ ਸੌਖੇ ਤਰੀਕੇ ਦੇ ਨਾਲ ਗ੍ਰਹਿਸਥ ਦੇ ਵਿੱਚ ਰਹਿ ਕੇ ਪ੍ਰਭੂ ਨੂੰ ਧਿਆਉਣਾ, ਪਰਿਵਾਰ ਦੇ ਵਿੱਚ ਰਹਿ ਕੇ ਉਹਨੂੰ ਪਾਉਣਾ, ਝੂਠੀਆਂ ਰੀਧੀਆਂ ਸਿੱਧੀਆਂ ਤੋਂ ਛੁਟਕਾਰਾ ਲੈ ਕੇ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਕਿ ਪ੍ਰਾਣੀ ਤੂੰ ਉਹਦੇ ਬਰਾਬਰ ਕਰਾਮਾਤਾਂ ਨਹੀਂ ਕਰ ਸਕਦਾ। ਕਰਾਮਾਤ ਕਹਿਰ ਦਾ ਨਾਉ ਹੈ। ਸਭ ਤੋਂ ਵੱਡੀ ਕਰਾਮਾਤ ਇਸ ਕ੍ਰੀਏਸ਼ਨ ਦੀ ਸਾਜਨਾ ਹੀ ਹੈ। ਕਿਸ ਤਰ੍ਹਾਂ ਬਿਨਾਂ ਕਿਸੇ ਸਪੋਰਟ ਤੋਂ, ਬਿਨਾਂ ਕਿਸੇ ਥੰਮ੍ਹਾਂ ਤੋਂ ਧਰਤੀ ਭੌਂਦੀ ਫਿਰਦੀ ਹੈ ਤੇ ਆਪਣੇ ਪਿਆਰੇ ਸੂਰਜ ਦੀ ਪਰਿਕਰਮਾ ਕਰਦੀ ਹੈ। ਉਹਦੇ ਡਰ ਥੱਲੇ, ਉਹਦੇ ਭੌ ਦੇ ਥੱਲੇ ਅਸੰਖਾਂ ਦੇ ਵਿੱਚ ਪੂਜਾ ਦਿਨ ਰਾਤ ਕਰ ਰਹੇ ਹਨ। ਗੁਰੂ ਪਿਆਰਿਓ, ਬੇਅੰਤ ਤੌਰ ਤਰੀਕੇ, ਬੇਅੰਤ ਤਰੀਕਿਆਂ ਦੇ ਨਾਲ ਉਹਨੂੰ ਸਿਮਰਨਾ, ਖਿਆਲ ਆਪਣੇ ਇਸ਼ਟ ਦੇ ਮੁਤਾਬਕ। ਸੱਚੇ ਪਾਤਸ਼ਾਹ ਨੇ ਜਿਹੜੇ ਦਿਮਾਗ ਦੇ ਕਵਾੜ ਹੈ ਉਹ ਖੋਲ੍ਹੇ ਹਨ ਕਿ ਪ੍ਰਾਣੀ ਉਹਦੀ ਅਰਾਧਨਾ ਕਰਨ ਵਾਲੇ ਤੇ ਅਰਾਧਨਾ ਦੇ ਤਰੀਕਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਜਿੰਨੇ ਪੈਗੰਬਰ ਆਏ ਹੈ ਉਹਨਾਂ ਦੇ ਮੂੰਹ ਬੋਲੇ ਸ਼ਬਦ ਵੇਦ ਬਣ ਗਏ। ਵੱਡੀਆਂ ਵੱਡੀਆਂ ਧਾਰਮਿਕ ਪੁਸਤਕਾਂ, ਗ੍ਰੰਥ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਈ ਇਹ ਸੋਚਦੇ ਹਨ ਕਿ ਜ਼ਿਆਦਾ ਬੋਲ ਕੇ ਉਹਨੂੰ ਪਾਇਆ ਜਾ ਸਕਦਾ ਹੈ। ਕਈ ਇਹ ਸੋਚਦੇ ਹਨ ਕਿ ਚੁੱਪ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨਸਾਨ ਪ੍ਰਭੂ ਦੇ ਬਾਰੇ ਕੀ ਸੋਚ ਸਕਦਾ ਹੈ? ਇਨਸਾਨ ਬਹੁਤ ਛੋਟਾ ਹੈ, ਪ੍ਰਭੂ ਬਹੁਤ ਵਿਰਾਟ ਹੈ, ਬਹੁਤ ਵੱਡਾ ਹੈ। ਜੇ ਇਨਸਾਨ ਸੋਚੇਗਾ ਵੀ ਤਾਂ ਆਪਣੀ ਸੋਚ ਨਾਲ ਹੀ। ਇਨਸਾਨ ਦੀ ਸੋਚ ਬੜੀ ਛੋਟੀ ਹੈ। ਹਾਂ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਉਹਦੇ ਉੱਤੇ ਅਪਾਰ ਕਿਰਪਾ ਹੋ ਸਕਦੀ ਹੈ। ਜਿਵੇਂ ਕਿ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਦੀ ਨਜ਼ਰ ਦੇ ਨਾਲ ਸ੍ਰਿਸ਼ਟੀ ਨੂੰ ਵੇਖਿਆ ਹੈ, ਤੱਕਿਆ ਹੈ ਤੇ ਉਸੇ ਤਰ੍ਹਾਂ ਮਨੁੱਖਤਾ ਨੂੰ ਸਮਝਾਇਆ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਅਸਲੀ ਪਵਿੱਤਰ ਕੌਣ ਹੈ? ਜਿਹੜਾ ਆਪਣੇ ਹਿਰਦੇ ਦੇ ਵਿੱਚ ਉਹਨੂੰ ਟਿਕਾਉਂਦਾ ਹੈ, ਉਹਦੇ ਬਾਰੇ ਸੋਚਦਾ ਹੈ ਤੇ ਆਪਣੇ ਆਪ ਨੂੰ ਪਿੱਛੇ ਹਟਾਉਂਦਾ ਹੈ,
ਉਹਨੂੰ ਸ਼ਾਖ ਆਪਣੇ ਸਰੀਰ ਦੇ ਵਿੱਚ ਪਾਉਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਸ ਤਰ੍ਹਾਂ ਦੇ ਬੇਗਿਣਤ ਪ੍ਰਾਣੀ ਹਨ ਜਿਹੜੇ ਪਵਿੱਤਰ ਹਨ ਤੇ ਉਹਦੀਆਂ ਦਾਤਾਂ ਨੂੰ ਦਿਨ ਰਾਤ ਵੰਡੀ ਜਾਂਦੇ ਹਨ। ਸਰੀਰਕ ਬਲ ਵਾਲਿਆਂ ਦਾ ਕੋਈ ਅੰਤ ਨਹੀਂ ਹੈ। ਸਰੀਰਕ ਬਲ ਵਾਲੇ ਇੰਨੇ ਬਲਵਾਨ ਹਨ ਕਿ ਲੋਹੇ ਨੂੰ ਮਰੋੜ ਸਕਦੇ ਹਨ, ਤੋੜ ਸਕਦੇ ਹਨ। ਮੂੰਹ ਦੇ ਨਾਲ ਉਹ ਮਾਰਾਂ ਖਾ ਸਕਦੇ ਹਨ। ਯੋਧਿਆਂ ਦੀਆਂ, ਮਹਾਬਲ ਸੂਰਾਂ ਦੀਆਂ ਕੀ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਦੀ ਤਾਕਤ ਦੀਆਂ। ਚੁੱਪ ਕੀਤੇ ਰਿਸ਼ੀ ਸਾਧੂ ਜਨ ਬੇਸ਼ੁਮਾਰ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਉੱਤੇ ਗੱਲ ਨਹੀਂ ਲਈ। ਜਿਸ ਤਰ੍ਹਾਂ ਉਹ ਸੁਨੇਹਾ ਭੇਜਦਾ ਹੈ, ਮੇਰੇ ਸਰੀਰ ਨੂੰ ਵਰਤਦਾ ਹੈ, ਜਿਸ ਤਰ੍ਹਾਂ ਸ਼ਬਦ ਭੇਜਦਾ ਹੈ, ਮੈਂ ਬਿਲਕੁਲ ਉਸੇ ਤਰ੍ਹਾਂ ਹੀ ਦੱਸਦਾ ਹਾਂ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਨਾਨਕ ਕੋਈ ਪਰਮਾਤਮਾ ਨਹੀਂ ਹੈ, ਇੱਕ ਜ਼ਰੀਆ ਹੈ। ਨੀਚ ਆਪਣੇ ਆਪ ਨੂੰ ਪਾਤਸ਼ਾਹ, ਅਮੀਰਾਂ ਦੇ ਅਮੀਰ, ਪਾਤਸ਼ਾਹ ਦੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਜਦੋਂ ਆਪਣੇ ਆਪ ਨੂੰ ਨੀਚ ਕਹਿੰਦੇ ਹਨ, ਕੀ ਵਰਖਾ ਹੁੰਦੀ ਹੈ ਮਿਠਾਸ ਦੀ। ਅੰਮ੍ਰਿਤ ਰੂਪੀ ਫੁੱਲ ਖਿੜਦੇ ਹਨ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਾਨਕ ਨੀਚ ਕਹੇ ਵਿਚਾਰ, ਕੁਦਰਤ ਕਵਣ ਕਹਾ ਵਿਚਾਰ। ਮੈਂ ਤੇਰੀ ਕੁਦਰਤ ਬਾਰੇ ਸੱਚੇ ਪਾਤਸ਼ਾਹ ਕੀ ਗੱਲ ਕਰਾਂ, ਬੜਾ ਛੋਟਾ ਹਾਂ। ਬਾਰਿਆ ਨਾ ਜਾਵਾਂ ਏਕ ਵਾਰ। ਮੇਰੇ ਦਿਲ ਦੇ ਵਿੱਚ ਤਾਂ ਪ੍ਰਭੂ ਪਿਆਰੇ ਕੁਰਬਾਨ ਹੋਣ ਦੁਆਰਾ ਹੋਈ ਜਾਵਾਂ। ਲੱਖਾਂ ਬੇਰ ਤੇਰੇ ਲਈ ਕੁਰਬਾਨ ਹੋ ਜਾਵਾਂ। ਪਰ ਸੱਚੇ ਪਾਤਸ਼ਾਹ ਮੇਰੇ 'ਚ ਤਾਂ ਇੱਕ ਬੇਰ ਕੁਰਬਾਨ ਹੋਣ ਦੀ ਕਪੈਸਿਟੀ ਨਹੀਂ, ਤੇਰੀ ਮਿਹਰ ਤੋਂ ਬਿਨਾਂ। ਤੂੰ ਮਿਹਰ ਕਰ, ਮੇਰਾ ਇਹ ਜਿਹੜਾ ਸਰੀਰ ਹੈ ਕਿਸੇ ਕੰਮ ਆ ਜਾਵੇ। ਕੁਰਬਾਨ ਹੋਈ ਜਾਵਾਂ ਤੇਰੇ ਉੱਤੋਂ, ਤੇਰੀਆਂ ਚੰਗਿਆਈਆਂ, ਤੇਰੀਆਂ ਵਡਿਆਈਆਂ ਤੇ। ਜਿਹੜਾ ਕੁਝ ਤੈਨੂੰ ਭਾਉਂਦਾ, ਚੰਗਾ ਲੱਗਦਾ, ਤੂੰ ਉਹ ਦਿਨ ਰਾਤ ਕਰੀ ਜਾਂਦਾ। ਮਨੁੱਖਤਾ ਦੇ ਭਲੇ ਲਈ ਆਪਣੀਆਂ ਬਖਸ਼ਿਸ਼ਾਂ ਖਿਲਾਰੀ ਜਾਂਦਾ। ਪ੍ਰੀਤਮ ਪਿਆਰੇ, ਮੇਰੀ ਖੁਦੀ ਦਾ ਵਿਨਾਸ਼ ਕਰ ਦੇ, ਮੇਰੀ ਮੈਂ ਦਾ ਨਾਸ਼ ਕਰ ਦੇ। ਮੈਂ ਜਿਹਾ ਵੀ ਹਾਂ, ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ। ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ, ਤੂੰ ਸਦਾ ਦਰੋਆ, ਨਵਾਂ ਦਰੋਆ, ਸਰੂਪ ਰਹਿਤ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਸੰਖ ਦੀਆਂ ਪੌੜੀਆਂ, 3 ਪੌੜੀਆਂ ਹਨ। ਮੰਨੇ ਦੀਆਂ ਪੌੜੀਆਂ, ਸੁਣਿਆਂ ਦੀਆਂ ਪੌੜੀਆਂ, ਗਾਵੇ। ਸੱਚੇ ਪਾਤਸ਼ਾਹ ਪਰਮਾਤਮਾ ਦਾ ਨਾਂ ਸੁਣਦੇ ਹਨ ਤੇ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਉਂਦੇ ਹਨ ਕਿ ਸੁਣਨਾ ਬਹੁਤ ਵੱਡੀ ਅਪਾਰ ਕਿਰਪਾ ਹੈ ਪ੍ਰਭੂ ਦੀ।
ਇਸ ਯੁੱਗ ਦੇ ਵਿੱਚ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਹੀ ਨਹੀਂ। ਸਾਰੇ ਦੇ ਸਾਰੇ ਦੱਸਣਾ ਚਾਹੁੰਦੇ ਹਨ। ਹਰ ਕੋਈ ਕਹਿੰਦਾ ਹੈ ਕਿ ਮੇਰੀ ਸੁਣੋ, ਮੇਰੀ ਸੁਣੋ। ਜੇ ਕਦੇ ਕੋਈ ਕੱਟ ਕੇ ਦੂਜੇ ਦੀ ਗੱਲ ਨੂੰ ਬੋਲਦਾ ਹੈ, ਸੁਣਾ ਵੀ ਦਿੰਦਾ ਹੈ ਜ਼ਬਰਦਸਤੀ, ਫਿਰ ਮੰਨਣੇ ਵਾਲੇ ਤਾਂ ਬਹੁਤ ਹੀ ਥੋੜ੍ਹੇ ਹਨ। ਕੌਣ ਕਿਸੇ ਦੀ ਮੰਨਦਾ ਹੈ? ਹਰ ਕੋਈ ਸੁਣਾਉਣਾ ਚਾਹੁੰਦਾ ਹੈ ਤੇ ਮੰਨਣੀ ਆਪਣੀ ਚਾਹੁੰਦਾ ਹੈ। ਗਾਉਣ ਵਾਲੀ ਗੱਲ ਤਾਂ ਮੁੱਕੀ ਹੋਈ ਹੈ। ਪ੍ਰਭੂ ਦੇ ਗੀਤ ਗਾਉਣ ਵਾਲੇ ਕਿੰਨੇ ਹਨ, ਜਿਹੜੇ ਪ੍ਰਭੂ ਦਾ ਗੀਤ ਸਵਾਰਥ ਤੋਂ ਬਿਨਾਂ, ਪਦਾਰਥ ਤੋਂ ਬਿਨਾਂ ਗਾਉਂਦੇ ਹਨ। ਆਪਣੇ ਆਪ ਨੂੰ ਭਰਨ ਦੇ ਲਈ ਗਾਉਂਦੇ ਹਨ, ਉਹਦੀ ਬਖਸ਼ਿਸ਼ ਦੇ ਨਾਲ। ਗੁਰੂ ਪਿਆਰਿਓ, 17ਵੀਂ ਪੌੜੀ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਉਹਨਾਂ ਭਗਤਾਂ ਦੀ ਵਡਿਆਈ ਕੀਤੀ ਹੈ, ਜਿਹੜੇ ਉਹਨੂੰ ਪਾਉਣ ਦੇ ਲਈ ਤਤਪਰ ਹਨ, ਹਮੇਸ਼ਾ ਉਡੀਕਦੇ ਰਹਿੰਦੇ ਹਨ ਉਹਦੀ ਹੁਕਮ ਦੀ ਪਾਲਣਾ ਕਰਨ ਦੇ ਲਈ, ਕੁਰਬਾਨ ਹੋਣ ਦੇ ਲਈ, ਉਹਦੇ ਰੰਗ ਦੇ ਵਿੱਚ ਰੰਗੇ ਜਾਣ ਲਈ। ਉਹਨਾਂ ਉੱਤੇ ਹੀ ਉਹਦੀ ਅਪਾਰ ਕਿਰਪਾ ਹੁੰਦੀ ਹੈ। ਬੜੇ ਭਾਗਾਂ ਵਾਲੇ ਉਹਨੂੰ ਪਾ ਲੈਂਦੇ ਹਨ ਤੇ ਆਪਣੀ ਮੈਂ ਦੇ ਬੁਣੇ ਹੋਏ ਜਾਲ ਦੇ ਵਿੱਚੋਂ ਨਿਕਲ ਕੇ ਸੁਤੰਤਰ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਦੇ ਮੁਤਾਬਕ ਉਹਨਾਂ ਭਗਤਾਂ, ਉਹਨਾਂ ਜਨਾਂ, ਉਹਨਾਂ ਦਾਸਾਂ ਦੀ ਜੇ ਰਤੀ ਭਰ ਧੂੜ ਵੀ ਮਿਲ ਜਾਵੇ ਤਾਂ ਭਾਗ ਚੰਗੇ ਹੋ ਸਕਦੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।